ਬਾਬਾ ਸਾਹਿਬ ਦਾ ਮਿਸ਼ਨ ਜਿਸ ਨੂੰ ਅੰਬੇਡਕਰਵਾਦ ਕਿਹਾ ਜਾਂਦਾ ਹੈ, ਉਹ ਭੁੱਖੇ ਢਿੱਡਾਂ ਦੀ ਲੜਾਈ ਇੱਕ ਪ੍ਰਕਾਰ ਦਾ ਸੰਘਰਸ਼ ਹੈ। ਤੇ ਇਸ ਦੇ ਪੈਰਲਲ ਜੋ ਗਾਂਧੀਵਾਦ ਜਾਂ ਆਰਐਸਐਸ ਕਹਿ ਲਓ, ਭਗਵਾਵਾਦ ਕਹਿ ਲਓ, ਉਹ ਇਸ ਦੇ ਬਰਾਬਰ ਆ, ਜਿਹੜਾ ਇੱਕ ਰੱਜੇ ਹੋਏ ਢਿੱਡਾਂ ਦੀ ਲੜਾਈ ਕਹਿ ਸਕਦੇ ਹਾਂ। ਦੇਸ਼ ਦੀ ਹਰ ਇੱਕ ਔਰਤ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਜਿਹੜੀਆਂ ਔਰਤਾਂ ਨੇ ਭਰੇ ਹੋਏ ਢਿੱਡਾਂ ਦੀਆਂ ਔਰਤਾਂ ਵੀ ਅੱਜ ਦੇ ਦਿਨ ਮਕਾਨਾਂ ਚੋਂ ਬਾਹਰ ਨਿਕਲ ਕੇ ਘੱਟੋ ਘੱਟ ਅੱਜ ਦੇ ਦਿਨ ਬਾਬਾ ਸਾਹਿਬ ਅੰਬੇਡਕਰ ਨੂੰ ਸਜਦਾ ਕਰਨ। ਅੱਜ ਇਸ ਮੁਹਿੰਮ ਦੇ ਵਿੱਚ ਜਿਹੜੀ ਡਾਕਟਰ ਅੰਬੇਡਕਰ ਵੱਲੋਂ ਜੋ ਬਹੁਜਨ ਸੰਕਲਪ ਚੇਤਨਾ ਮਾਰਚ ਕੱਢਿਆ ਜਾ ਰਿਹਾ, ਇੱਕ ਮੈਂ ਹੀ ਇਕੱਲਾ ਮੁਲਾਜ਼ਮ ਪਹੁੰਚਿਆ ਕਿ ਇਸ ਇਲਾਕੇ ਦੇ ਵਿੱਚ ਕੋਈ ਹੋਰ ਮੁਲਾਜ਼ਮ ਨਹੀਂ ਹੈ। 50-50 ਹਜ਼ਾਰ ਘੱਟੋ ਘੱਟ ਤਨਖਾਹ ਸਰਕਾਰੀ ਮੁਲਾਜ਼ਮ ਦੀ, ਲੱਖ 1.5 2 ਲੱਖ 2 ਲੱਖ ਕਿ ਉਹਨਾਂ ਕਮੀਨਿਆਂ ਦਾ, ਉਹਨਾਂ ਦੱਲੇ ਪੜੂਆਂ ਦਾ, ਮੈਂ ਤਾਂ ਸਾਫ਼ ਸ਼ਬਦਾਂ ਦੇ ਵਿੱਚ, ਔਖੇ ਸ਼ਬਦਾਂ ਦੇ ਵਿੱਚ ਕਹਾਂਗਾ, ਉਹਨਾਂ ਦਲਾਲਾਂ ਦਾ, ਉਹਨਾਂ ਦਾ ਅਕ੍ਰਿਤ ਕਣ, ਅਹਿਸਾਨ ਫਰਾਮੋਸ਼ ਲੋਕਾਂ ਦਾ, ਜਿਹੜੇ ਮੁਲਾਜ਼ਮ ਵਰਗ ਨੇ, ਉਹਨਾਂ ਨੂੰ ਕੋਈ ਸ਼ਰਮ ਹੈ ਕਿ ਨਹੀਂ? ਤੇ ਅੱਜ ਦੇ ਦਿਨ ਵੀ ਬੜੀ ਸ਼ਰਮ ਦੀ ਗੱਲ ਆ ਕਿ ਉਹ ਘਰਾਂ ਦੇ ਵਿੱਚ ਐਸ਼ ਪ੍ਰਸਤੀ ਕਰ ਰਹੇ ਨੇ, ਅੱਜ ਛੁੱਟੀ ਦਾ ਆਨੰਦ ਮਾਣ ਰਹੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਕਿਸਮਤ ਬਦਲਣ ਲਈ ਇਸ ਮਹਾਂਪੁਰਸ਼ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਨਿਸ਼ਾਵਰ ਕਰ ਦਿੱਤਾ। ਆਹ ਲੋਕ ਨੇ, ਆਹ ਡਾਕਟਰ ਦਿਖਾਉਣਾ ਚਾਹੁੰਦਾ ਸ਼ਕਲ, ਮਾਸਟਰ ਰਾਮਾਨੰਦ ਜੀ, ਜਿਹੜੇ ਕਿ ਯੂਪੀ ਤੋਂ ਆ ਕੇ ਇਹਨਾਂ ਨੇ ਇੱਥੇ ਇੱਕ ਮਿਸ਼ਨ ਚਲਾਇਆ ਤੁਹਾਨੂੰ ਪੜ੍ਹਾਉਣ ਲਿਖਾਉਣ ਵਾਸਤੇ। ਉਸ ਤੋਂ ਬਾਅਦ ਜਦੋਂ ਰਾਖਵੇਂ ਕਰਨ ਦੀ ਗੱਲ ਹੋਈ, ਭਾਵੇਂ ਕਿ ਰਾਖਵਾਂ ਕਰਨ ਉਹਨਾਂ ਨੇ ਮਜਬੂਰੀ 'ਚ ਲਿਆਉਣਾ, ਤਾਂ ਹਿੱਸੇਦਾਰੀ ਸੀ ਸੱਤਾ ਦੇ ਵਿੱਚ, ਤੇ ਇਸੇ ਬਦੌਲਤ ਵੀ ਤੁਸੀਂ ਇੰਨਾ ਅੱਗੇ ਨਿਕਲੇ ਹੋ। ਤੇ ਹੁਣ ਵੀ ਸ਼ਰਮ ਆ ਕਰਕੇ ਅੱਜ ਦੇ ਦਿਨ ਘੱਟੋ ਘੱਟ ਬਾਬਾ ਸਾਹਿਬ ਨੂੰ ਯਾਦ ਕਰਕੇ, ਤੇ ਅੱਜ ਮੈਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਪੈ ਰਿਹਾ, ਸ਼ਰਮ ਹਿਆ ਕਰ ਲਓ ਥੋੜੀ ਬਹੁਤੀ। ਜਿਹੜੇ ਤੁਹਾਡੇ ਢਿੱਡਾਂ ਦੇ ਵਿੱਚ ਅੰਨ ਗਿਆ ਹੋਇਆ, ਜਾਂ ਤੁਸੀਂ ਵੱਡੇ ਵੱਡੇ ਮਕਾਨ, ਕੋਠੀਆਂ, ਹਵੇਲੀਆਂ ਦੇ ਵਿੱਚ ਬੈਠੇ ਹੋ, ਵਹੀਕਲਾਂ ਦੇ ਵਿੱਚ ਬੈਠੇ ਹੋ, ਘੁੰਮ ਰਹੇ ਹੋ, ਵੱਡੇ ਵੱਡੇ ਸਕੂਲ ਕਾਲਜਾਂ ਦੇ ਵਿੱਚ ਪੜ੍ਹ ਰਹੇ ਹੋ, ਵਿਦੇਸ਼ਾਂ ਦੇ ਵਿੱਚ ਜਾ ਰਹੇ ਹੋ, ਸਿਰਫ ਤੇ ਸਿਰਫ ਇੱਕ ਬਾਬਾ ਜਿਹੜਾ ਹੈ ਬਾਬਾ, ਇਸ ਦੀ ਬਦੌਲਤ ਜਾ ਰਹੇ ਹੋ। ਮੈਂ ਹਾਂ ਹਰਸ਼ਦੀਪ ਸਿੰਘ ਮਹਿਦੂਦਾ। ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ, ਵਿਸਾਖੀ ਅਤੇ ਡਾਕਟਰ ਅੰਬੇਡਕਰ ਸਾਹਿਬ ਦੇ 132ਵੇਂ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦਾ ਹਾਂ। ਤੇ ਅੱਜ ਡਾਕਟਰ ਅੰਬੇਡਕਰ ਨਵਯੁਵਕ ਦਲ ਵੱਲੋਂ ਇੱਕ ਬਹੁਜਨ ਸੰਕਲਪ ਚੇਤਨਾ ਮਾਰਚ ਕੱਢਿਆ ਜਾ ਰਿਹਾ ਵਾ, ਜੋ ਕਿ ਉਹਨਾਂ ਦੇ ਜਨਮ ਦਿਵਸ ਨੂੰ ਸਮਰਪਿਤ ਆ। ਤੇ ਇਹ ਮਾਰਚ ਰਾਮਨਗਰ ਤੋਂ ਸ਼ੁਰੂ ਆ ਤੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਇਹ ਜਲੰਧਰ ਬਾਈਪਾਸ ਵਿਖੇ ਸੰਪੰਨ ਹੋਵੇਗਾ। ਤੇ ਇਸ ਮੌਕੇ ਜੋ ਡਾਕਟਰ ਅੰਬੇਡਕਰ ਨਵਯੁਵਕ ਦਲ ਦੇ ਸਾਬਕਾ ਪ੍ਰਧਾਨ ਨੇ ਮਾਸਟਰ ਰਾਮਾਨੰਦ, ਲਾਭ ਸਿੰਘ ਭਾਮੀਆ ਤੇ ਮੁਲਾਜ਼ਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾ ਦਾ ਇਸ ਮਾਰਚ ਬਾਰੇ ਕੀ ਕਹਿਣਾ, ਉਹ ਕੀ ਕਹਿਣਾ ਚਾਹੋਗੇ, ਇਹ ਅਸੀਂ ਉਹਨਾਂ ਤੋਂ ਸੁਣਾਂਗੇ। ਸਭ ਤੋਂ ਪਹਿਲਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਹਾੜੇ ਦੀਆਂ ਮੈਂ ਸਮੁੱਚੀ ਜਗਤ ਨੂੰ ਵਧਾਈਆਂ ਦਿੰਦਾ, ਤੇ ਨਾਲ ਹੀ ਖਾਲਸਾ ਸਾਜਨਾ ਦਿਵਸ ਆ, ਇਸ ਦੀਆਂ ਵੀ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ। ਤੇ ਅੱਜ ਦੇ ਦਿਨ ਦੇ ਉੱਤੇ ਮੈਂ ਸਿਰਫ ਇਹ ਕਹਾਂਗਾ ਕਿ ਜੋ ਬਾਬਾ ਸਾਹਿਬ ਦਾ ਮਿਸ਼ਨ ਜਿਸ ਨੂੰ ਅੰਬੇਡਕਰਵਾਦ ਕਿਹਾ ਜਾਂਦਾ ਹੈ, ਉਹ ਭੁੱਖੇ ਢਿੱਡਾਂ ਦੀ ਲੜਾਈ ਇੱਕ ਪ੍ਰਕਾਰ ਦਾ ਸੰਘਰਸ਼ ਹੈ। ਤੇ ਇਸ ਦੇ ਪੈਰਲਲ ਜੋ ਗਾਂਧੀਵਾਦ ਜਾਂ ਆਰਐਸਐਸ ਕਹਿ ਲਓ, ਭਗਵਾਵਾਦ ਕਹਿ ਲਓ, ਉਹ ਇਸ ਦੇ ਬਰਾਬਰ ਆ, ਜਿਹੜਾ ਇੱਕ ਰੱਜੇ ਹੋਏ ਢਿੱਡਾਂ ਦੀ ਲੜਾਈ ਕਹਿ ਸਕਦੇ ਹਾਂ। ਤੇ ਦੂਸਰੀ ਗੱਲ, ਜੋ ਬਾਬਾ ਸਾਹਿਬ ਦਾ ਅੰਬੇਡਕਰਵਾਦ ਆ, ਉਹ ਸੱਤਾ ਪ੍ਰਾਪਤੀ ਦਾ, ਤੇ ਜੋ ਆਰਐਸਐਸ ਜਾਂ ਗਾਂਧੀਵਾਦ ਜਾਂ ਭਗਵਾਵਾਦ ਆ, ਉਹ ਸੱਤਾ ਸਥਾਪਤੀ ਦਾ ਮਿਸ਼ਨ ਆ। ਤੇ ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਨੂੰ ਕੇਵਲ ਇਸ ਦੇਸ਼ ਦਾ ਜਿਹੜਾ ਦਲਿਤ, ਪਿਛੜਾ ਜਾਂ ਅਧਿਕਾਰਾਂ ਤੋਂ ਵੰਚਿਤ ਕੀਤਾ ਹੋਇਆ ਆਦਿਵਾਸੀ ਸਿਰਫ ਇਹੀ ਆ, ਜਾਂ ਇਹਨਾਂ ਦੇ ਵਿੱਚੋਂ ਵੀ ਜਿਹੜੇ ਕਮਜ਼ੋਰ ਲੋਕ ਨੇ ਉਹੀ ਨਾ ਯਾਦ ਕਰਨ। SC ST OBC ਦੇ ਵਿੱਚ ਜਿਹੜੇ ਢਿੱਡ ਭਰੇ ਹੋਏ ਨੇ, ਉਹ ਵੀ ਬਾਬਾ ਸਾਹਿਬ ਅੰਬੇਡਕਰ ਨੂੰ, ਜਿਵੇਂ ਦਲ ਦੇ ਪ੍ਰੈਜ਼ੀਡੈਂਟ ਨੇ ਕਿਹਾ, ਵੀ ਹਮੇਸ਼ਾ ਯਾਦ ਰੱਖਣ। ਇਹ ਜਿਹੜੇ ਭਰੇ ਹੋਏ ਢਿੱਡ ਨੇ, ਜਦੋਂ SC ST OBC ਦੇ ਜਿਹੜੇ ਭਰੇ ਹੋਏ ਢਿੱਡ ਨੇ ਜਦੋਂ ਭਰ ਜਾਂਦੇ ਨੇ, ਫਿਰ ਇਹ ਵੀ ਅੰਬੇਡਕਰਵਾਦ ਨੂੰ ਭੁੱਲ ਜਾਂਦੇ ਨੇ, ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਪੜ੍ਹਾਈ ਦੇ ਵਿੱਚ ਰਾਖਵਾਂਕਰਨ ਲੈ ਕੇ ਜਾਂ ਨੌਕਰੀਆਂ ਦੇ ਵਿੱਚ ਰਾਖਵਾਂਕਰਨ ਲੈ ਕੇ ਇੱਥੇ ਤੱਕ ਪਹੁੰਚੇ ਨੇ। ਦੇਸ਼ ਦੀ ਔਰਤ, ਚਾਹੇ ਉਹ ਭਰੇ ਹੋਏ ਢਿੱਡ ਦੀ ਆ, ਚਾਹੇ ਉਹ ਖਾਲੀ ਢਿੱਡ ਦੀ ਆ, ਉਸ ਨੂੰ, ਚਾਹੇ ਉਹ ਅਮੀਰ ਦੀ ਆ, ਚਾਹੇ ਉਹ ਗਰੀਬ ਦੀ ਆ, ਕਿਸੇ ਉੱਚ ਜਾਤੀ ਦੀ ਆ ਜਾਂ ਅਖੌਤੀ ਛੋਟੀ ਜਾਤੀ ਦੀ ਆ, ਜਾਂ ਫਿਰ ਕਿਸੇ ਵੱਡੇ ਵਰਣ ਦੀ ਆ ਜਾਂ ਅਖੌਤੀ ਛੋਟੇ ਵਰਣ ਦੀ ਆ, ਦੇਸ਼ ਦੀ ਹਰ ਇੱਕ ਔਰਤ ਨੂੰ ਬਾਬਾ ਸਾਹਿਬ ਅੰਬੇਡਕਰ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਉਹ ਤਿਰਸਕਾਰੀ ਹੋਈ ਸੀ, ਦਾਸੀ ਬਣਾਈ ਹੋਈ ਸੀ, ਅਧਿਕਾਰਾਂ ਤੋਂ ਵੰਚਿਤ ਸੀ,
ਚਾਹੇ ਕਿਸੇ ਦੀ ਵੀ ਔਰਤ ਇਸ ਦੇਸ਼ ਦੇ ਵਿੱਚ ਰਹਿਣ ਵਾਲੀ ਆ, ਕਿਸੇ ਵੀ ਧਰਮ ਖਿੱਤੇ ਦੀ ਆ, ਉਸ ਨੂੰ ਜੇਕਰ ਸੰਵਿਧਾਨਕ ਅਧਿਕਾਰ ਦਿੱਤੇ ਨੇ ਤੇ ਉਹ ਬਾਬਾ ਸਾਹਿਬ ਅੰਬੇਡਕਰ ਨੇ ਦਿੱਤੇ ਨੇ। ਪਰ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਸਿਰਫ ਚੰਦ ਗਿਣਤੀ ਦੀਆਂ ਔਰਤਾਂ ਜਿਹੜੀਆਂ ਕਿ ਖਾਲੀ ਢਿੱਡਾਂ ਦੀਆਂ ਨੇ, ਭੁੱਖੇ ਢਿੱਡਾਂ ਨਾਲ ਸੰਬੰਧਿਤ ਨੇ, ਤੇ ਇਹ ਨੇ। ਜਦ ਕਿ ਇੱਥੇ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜੀਆਂ ਔਰਤਾਂ ਨੇ, ਭਰੇ ਹੋਏ ਢਿੱਡਾਂ ਦੀਆਂ ਔਰਤਾਂ ਵੀ ਅੱਜ ਦੇ ਦਿਨ ਮਕਾਨਾਂ ਚੋਂ ਬਾਹਰ ਨਿਕਲ ਕੇ ਘੱਟੋ ਘੱਟ ਅੱਜ ਦੇ ਦਿਨ ਬਾਬਾ ਸਾਹਿਬ ਅੰਬੇਡਕਰ ਨੂੰ ਸਜਦਾ ਕਰਨ। ਤੇ ਇਸ ਦੇ ਨਾਲ ਹੀ ਜਿਹੜੇ ਇਹਨਾਂ ਵਰਗਾਂ ਦੇ ਵਿੱਚੋਂ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਅਧਿਕਾਰ ਲੈ ਕੇ ਦਿੱਤੇ ਨੇ, ਇਹਨਾਂ ਵਰਗਾਂ ਦੇ ਵਿੱਚੋਂ ਭਰੇ ਹੋਏ ਢਿੱਡਾਂ ਦੇ ਲੋਕ ਨੇ ਜਿਹੜੇ, ਖਾਸ ਤੌਰ ਤੇ ਮੈਂ ਮੁਲਾਜ਼ਮਾਂ ਦੀ ਗੱਲ ਕਰਾਂਗਾ। ਅੱਜ ਇਸ ਮੁਹਿੰਮ ਦੇ ਵਿੱਚ ਜਿਹੜੀ ਡਾਕਟਰ ਅੰਬੇਡਕਰ ਵੱਲੋਂ ਜੋ ਬਹੁਜਨ ਸੰਕਲਪ ਚੇਤਨਾ ਮਾਰਚ ਕੱਢਿਆ ਜਾ ਰਿਹਾ, ਇੱਕ ਮੈਂ ਹੀ ਇਕੱਲਾ ਮੁਲਾਜ਼ਮ ਪਹੁੰਚਿਆ। ਕਿ ਇਸ ਇਲਾਕੇ ਦੇ ਵਿੱਚ ਕੋਈ ਹੋਰ ਮੁਲਾਜ਼ਮ ਨਹੀਂ ਹੈ? ਕਿ ਉਸ ਮੁਲਾਜ਼ਮ ਨੇ ਨੌਕਰੀ ਲੈ ਕੇ 50-50 ਹਜ਼ਾਰ ਘੱਟੋ ਘੱਟ ਤਨਖਾਹ ਸਰਕਾਰੀ ਮੁਲਾਜ਼ਮ ਦੀ, ਲੱਖ 1.5 2 ਲੱਖ ਕਿ ਉਹਨਾਂ ਕਮੀਨਿਆਂ ਦਾ, ਉਹਨਾਂ ਦੱਲੇ ਪੜੂਆਂ ਦਾ, ਮੈਂ ਤਾਂ ਸਾਫ਼ ਸ਼ਬਦਾਂ ਦੇ ਵਿੱਚ, ਔਖੇ ਸ਼ਬਦਾਂ ਦੇ ਵਿੱਚ ਕਹਾਂਗਾ, ਉਹਨਾਂ ਦਲਾਲਾਂ ਦਾ, ਉਹਨਾਂ ਦਾ ਅਕ੍ਰਿਤਕਣ ਅਹਿਸਾਨ ਫਰਾਮੋਸ਼ ਲੋਕਾਂ ਦਾ, ਜਿਹੜੇ ਮੁਲਾਜ਼ਮ ਵਰਗ ਨੇ, ਉਹਨਾਂ ਨੂੰ ਕੋਈ ਸ਼ਰਮ ਹਿਆ ਹੈ ਕਿ ਨਹੀਂ ਕਿ ਅੱਜ ਦੇ ਦਿਨ ਤੱਕ ਕਮ ਸੇ ਕਮ ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਰੱਖ ਕੇ ਉਹਨਾਂ ਦੇ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਉਸ ਮਹਾਨ ਵਿਅਕਤੀ ਨੂੰ ਸਜਦਾ ਹੀ ਕਰ ਦਿਆ ਕਰਨ। ਤੇ ਅੱਜ ਦੇ ਦਿਨ ਵੀ ਬੜੀ ਸ਼ਰਮ ਦੀ ਗੱਲ ਆ ਕਿ ਉਹ ਘਰਾਂ ਦੇ ਵਿੱਚ ਐਸ਼ ਪ੍ਰਸਤੀ ਕਰ ਰਹੇ ਨੇ, ਅੱਜ ਛੁੱਟੀ ਦਾ ਆਨੰਦ ਮਾਣ ਰਹੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਕਿਸਮਤ ਬਦਲਣ ਲਈ ਇਸ ਮਹਾਂਪੁਰਸ਼ ਨੇ ਆਪਣਾ ਪੂਰਾ ਪਰਿਵਾਰ ਜਿਹੜਾ ਨਿਸ਼ਾਵਰ ਕਰ ਦਿੱਤਾ ਤੁਹਾਨੂੰ ਪੜ੍ਹਾਉਣ ਲਿਖਾਉਣ ਵਾਸਤੇ। ਉਸ ਤੋਂ ਬਾਅਦ ਜਦੋਂ ਰਾਖਵੇਂ ਕਰਨ ਦੀ ਗੱਲ ਹੋਈ, ਭਾਵੇਂ ਕਿ ਰਾਖਵਾਂ ਕਰਨ ਉਹਨਾਂ ਨੇ ਮਜਬੂਰੀ ਚ ਲਿਆ, ਉਹਨਾਂ ਦਾ ਹਿੱਸੇਦਾਰੀ ਸੀ ਸੱਤਾ ਦੇ ਵਿੱਚ, ਤੇ ਇਸ ਦੇ ਬਦੌਲਤ ਵੀ ਤੁਸੀਂ ਇੰਨਾ ਅੱਗੇ ਨਿਕਲੇ ਹੋ। ਤੇ ਹੁਣ ਵੀ ਸ਼ਰਮ ਆ ਕਰਕੇ ਅੱਜ ਦੇ ਦਿਨ ਘੱਟੋ ਘੱਟ ਬਾਬਾ ਸਾਹਿਬ ਨੂੰ ਯਾਦ ਕਰਕੇ ਆਹ ਲੋਕ ਨੇ, ਆਹ ਡਾਕਟਰ ਦਿਖਾਉਣਾ ਚਾਹੁੰਦਾ ਸ਼ਕਲ, ਮਾਸਟਰ ਰਾਮਾਨੰਦ ਜੀ ਜਿਹੜੇ ਕਿ ਯੂਪੀ ਤੋਂ ਆ ਕੇ ਇਹਨਾਂ ਨੇ ਇੱਥੇ ਇੱਕ ਮਿਸ਼ਨ ਚਲਾਇਆ, ਔਰ ਮੈਨੂੰ ਵੀ ਇਸ ਮਿਸ਼ਨ ਦੇ ਵਿੱਚ ਜੋੜਨ ਵਾਲੇ ਇਹ ਵਿਅਕਤੀ ਨੇ। ਕਿ ਇਹਨਾਂ ਨੂੰ ਜ਼ਿਆਦਾ ਬਾਬਾ ਸਾਹਿਬ ਨੇ ਅੰਬੇਡਕਰ ਨੇ ਦਿੱਤਾ? ਕਿ ਬਾਬਾ ਸਾਹਿਬ ਅੰਬੇਡਕਰ ਨੇ ਇਹਨਾਂ ਲਈ ਸੰਘਰਸ਼ ਕੀਤਾ? ਜੇਕਰ ਅੱਜ ਇਹ ਭੁੱਖੇ ਢਿੱਡਾਂ ਦੇ ਜਿਹੜੇ ਲੋਕ ਨੇ, ਆ ਹੋਰ ਵੀ ਖੜੇ ਨੇ ਦਲ ਦੇ ਸਾਥੀ, ਜਾਂ ਸਾਡੇ ਨਾਲ ਕੁਝ ਪੰਜਾਬੀ ਸਾਥੀ ਵੀ ਨੇ, ਕਿ ਸਿਰਫ ਇਹ ਲੜਾਈ ਇਹਨਾਂ ਲੋਕਾਂ ਦੀ ਆ, ਭੁੱਖੇ ਢਿੱਡਾਂ ਦੀ ਆ। ਜਦੋਂ ਤੁਹਾਡੇ ਢਿੱਡ ਭਰ ਜਾਂਦੇ ਨੇ, ਤੁਸੀਂ ਭੁੱਲ ਜਾਂਦੇ ਹੋ ਸਭ ਕੁਝ। ਤੇ ਅੱਜ ਮੈਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਪੈ ਰਿਹਾ, ਸ਼ਰਮ ਹਿਆ ਕਰ ਲਓ ਥੋੜੀ ਬਹੁਤੀ, ਜਿਹੜੇ ਤੁਹਾਡੇ ਢਿੱਡਾਂ ਦੇ ਵਿੱਚ ਅੰਨ ਗਿਆ ਹੋਇਆ, ਜਾਂ ਤੁਸੀਂ ਵੱਡੇ ਵੱਡੇ ਮਕਾਨ, ਕੋਠੀਆਂ, ਹਵੇਲੀਆਂ ਦੇ ਵਿੱਚ ਬੈਠੇ ਹੋ, ਵਹੀਕਲਾਂ ਦੇ ਵਿੱਚ ਬੈਠੇ ਹੋ, ਘੁੰਮ ਰਹੇ ਹੋ, ਵੱਡੇ ਵੱਡੇ ਸਕੂਲ ਕਾਲਜਾਂ ਦੇ ਵਿੱਚ ਪੜ੍ਹ ਰਹੇ ਹੋ, ਵਿਦੇਸ਼ਾਂ ਦੇ ਵਿੱਚ ਜਾ ਰਹੇ ਹੋ, ਸਿਰਫ ਤੇ ਸਿਰਫ ਇੱਕ ਬਾਬਾ ਜਿਹੜਾ ਹੈ ਬਾਬਾ, ਇਸ ਦੀ ਬਦੌਲਤ ਜਾ ਰਹੇ ਹੋ, ਹੋਰ ਕਿਸੇ ਰੱਬ ਭਗਵਾਨ ਜਾਂ ਕਿਸੇ ਹੋਰ ਦੀ ਬਦੌਲਤ ਨਹੀਂ ਜਾ ਰਹੇ। ਇਸ ਕਰਕੇ ਕਮ ਸੇ ਕਮ ਅੱਜ ਦੇ ਦਿਨ ਯਾਦ ਕਰ ਲਿਆ ਕਰੋ। ਤੇ ਦੂਸਰਾ, ਅੱਜ ਦਾ ਦਿਨ ਬਹੁਤ ਵੱਡਾ ਮਹਾਨ ਆ। ਡਾਕਟਰ ਅੰਬੇਡਕਰ ਬਾਅਦ ਆ ਜਿਹੜਾ, ਉਸ ਦੇ ਵਾਂਗੂ ਹੀ ਖਾਲਸਾ ਸਾਜਨਾ ਦਿਵਸ ਤੋਂ ਜਿਹੜਾ ਕਿ ਉਸ ਤੋਂ ਪਹਿਲਾਂ ਇਹਨਾਂ ਲੋਕਾਂ ਦੀ ਆਵਾਜ਼ ਬਣਿਆ ਸੀ, ਅੱਜ ਉਹਨਾਂ ਦਾ ਵੀ ਦਿਨ ਆ। ਇਸ ਕਰਕੇ ਇਹਨਾਂ ਦੋਨਾਂ ਦਿਹਾੜਿਆਂ ਦੀ ਮੈਂ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਦਿੰਦਾ। ਧੰਨਵਾਦ। जय भीम, जय भारत। मैं राम नारायण बौद्ध, डॉक्टर अंबेडकर नवयुवक दल प्रेसिडेंट। आज बाबा साहब के जन्म दिवस पर पूरे देशवासियों को लाख लाख बधाई देते हुए मैं कहना चाहूँगा कि आप लोग कब जो है बाबा साहब के जो अनुयायी लोग हैं ये कब समझेंगे, क्योंकि जितनी भी सरकारें हैं, चाहे वो केंद्र में है चाहे राज्यों में है, वो सभी जो है संविधान को खत्म करने की कोशिश में लगे हुए हैं। क्योंकि सारी जो सरकारी प्रॉपर्टी है उसका निजीकरण हो रहा है, स्कूलों का निजीकरण हो रहा है। हमारे बच्चे आने वाले टाइम में कहाँ पर पढ़ेंगे? क्या हमारे बच्चे प्राइवेट स्कूलों में पढ़ पाएंगे? नहीं पढ़ पाएंगे। जो संस्थाएं सरकारी है वो एक एक नागरिक का होता है, लेकिन सारा जो है प्राइवेटकरण किया जा रहा है। और इस तरह आज बाबा साहेब के जन्म दिवस पर जिस तरह से आप लोग जागते हो, उस तरह होश रखते हुए आप सब जो हमेशा जागने की कोशिश करो और बाबा साहेब के मिशन पर जो है दिन रात लगे रहो, नहीं तो कुछ बचने वाला नहीं है। इसी के साथ आप सभी को नमो बुद्धाय, जय भीम। महामानव गौतम बुद्ध बौद्ध सत्य बाबा साहब भीमराव अम्बेडकर के चरणों में श्रद्धा सुमन अर्पित करते हुए आज भारत रत्न बाबा साहब भीमराव अम्बेडकर की 132वीं जयंती पर मैं पूरे देशवासियों को मैं लाख लाख बधाई देता हूं। बाबा साहब अम्बेडकर एक ऐसे व्यक्ति 1891 में पैदा होकर और उन्होंने इस भारत की दिशा और दशा बदल कर रख दी। और इस देश के अंदर पहले उन्होंने अध्ययन किया कि हमारे देश के अंदर जाति प्रथा में बटे हुए लोग, ये समाज क्यों अपने अपने विभिन्न जातों में है,
इसको जोड़ने के लिए बाबा साहब अम्बेडकर ने बहुत बड़ी क्रांति पैदा की। बहुत सारे संगठन बनाकर उन्होंने देश में लड़ाई की और उनके 4-4 बच्चे जो शहीद हो गए, कोई दवाई के कारण, कोई रोटी के कारण, कोई बीमारी के कारण, उनकी पत्नी खुद भी बीमारी के कारण हमारे देश की रक्षा के लिए उनके बच्चे शहीद हुए। आज उस बाबा साहब अम्बेडकर का जो जयंती है, उस जयंती पर मैं देशवासियों को एक बात कहना चाहूँगा कि आप लोग इस देश के अंदर सभी समाज के लोगों को बाबा साहब ने अधिकार दिया और बराबर का सम्मान दिया। और बाबा साहब ने कहा, पढ़ो, जुड़ो, संघर्ष करो, जो कि इस देश में किसी महिला को पढ़ने लिखने का अधिकार नहीं था। इस देश के अंदर जो अन्य जातों में बटे हुए लोग थे, उनको पढ़ने लिखने का भी अधिकार नहीं था। तो इस करके बाबा साहब अम्बेडकर ने जो इस देश के लिए काम किया वो बड़े ही सर्वप्रिय हैं। जितना भी उनका गुणगान किया जाए ये बहुत ज़्यादा कम होगा। तो मैं पूरे देशवासियों से एक बात कहूँगा कि आज बाबा साहब का 132वें जन्मदिन पर मैं पूरे देश के लोगों को फिर लाख लाख बधाई देता हूँ। और मैं आप लोगों से एक अपील करना चाहूँगा कि बाबा साहब की सोच थी, गुरु गोविंद सिंह जी की सोच थी और गुरु रविदास जी की सोच थी कि बेगमपुरा शहर बसाना। तो साथियों, अभी तक बेगमपुरा शहर बसा नहीं, जहाँ किसी को गम नहीं। तो वैसा देश बनाने के सोच पैदा की थी बाबा साहब अम्बेडकर ने। तो मैं आप लोगों से यही कहता हुआ चाहता हूं कि बाबा साहब की सोच की तरह देश में सत्ता लाओ। 2024 आपके साथ है। तो साहब कांशी राम जी ने अपना जो इस पंजाब की धरती पर जंपल थे, उन्होंने ये प्रतिज्ञा ली थी कि मैं इस दबे कुचले समाज को सत्ता की कुर्सी पर बिठाऊंगा। लेकिन हमारे देश के अंदर बहुत सारे लोग आज जुड़ गए, लेकिन उन लोगों ने इस देश के अंदर अपनी आपसी एकता नहीं बनाई, सत्ता की कुंजी को हासिल नहीं किया। बाबा साहब की जहां भी स्टैचू लगती है, अंगुली उठी होती है। नमो तस् भगवतो अरहतो सम्मा सम्बुद्धः। सर्वप्रथम महामानव गौतम बुद्ध, तत्पश्चात बोधिसत्व बाबा साहब डॉक्टर भीमराव अम्बेडकर जी के चरणों में श्रद्धा सुमन अर्पित करते हुए आज समस्त देशवासियों को बाबा साहब के 132वें जन्मोत्सव के अवसर पर लाख लाख बधाई देता हुआ धन्यवाद करता हूं और आह्वान करता हूं पूरे समाज से कि आइए और समाज के साथ जुड़ते हुए पूरे देश के साथ बाबा साहब के संकल्प को, बाबा साहब के मिशन को पूरा करने के लिए एकजुट होकर के उनकी रैली को हर्षोल्लास के साथ उनके जन्मोत्सव को मनाते हुए उनके संविधान की रक्षा के लिए पूरे देश का आह्वान करते हुए देश को आगे बढ़ाएं, ताकि बाबा साहब ने जो कुर्बानी दी वो कहीं भी जाया ना होने पाए। आज राजनीतिक लोग अपने फायदे के लिए, अपनी कुर्सी के लालच में आकर के हमारे समाज को जो बांटने का काम कर रहे हैं, पूरा उन लोगों के साथ भी आह्वान करता हूं कि आप लोग समाज को एकजुट करते हुए बाबा साहब के मिशन को आगे बढ़ाने के लिए, उन्होंने जो शिक्षा, सुरक्षा और सम्मान की बात करी थी और राजसत्ता अपनाने की बात करी थी, अगर हमारा बिखरा हुआ समाज होगा तो कभी भी जो है समाज सत्ता पे काबिज नहीं हो सकता है। तो यदि सत्ता पे काबिज होना है तो एक होना पड़ेगा। इसलिए बाबा साहब के मिशन को, जो शिक्षा का मिशन था, बाबा साहब ने एक छत्र छाया के नीचे इकट्ठा होकर के, एक झंडे के नीचे इकट्ठा होकर के समाज को आगे बढ़ाने का जो दावा हम लोगों के साथ बीड़ा उठाया, वो आप लोगों के सहयोग से हो सकता है। तो यही मैं कामना करता हूं कि आप सभी लोग एक साथ शामिल हों और बाबा साहब के मिशन को आगे बढ़ाने का काम करें। धन्यवाद। जय भीम, जय भारत, वाहिगुरू जी का खालसा, श्री वाहिगुरू जी की फतेह। मैं लाभ ਸਿੰਘ ਭਾਮੀਆ ਅੱਜ ਜੋ ਖਾਲਸਾ ਸਾਧਨਾ ਦਿਵਸ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਇਸ ਸੰਬੰਧ ਵਿੱਚ ਡਾਕਟਰ ਅੰਬੇਡਕਰ ਨਵਜੋਤ ਦਲ ਵੱਲੋਂ ਇੱਕ ਬਹੁਜਨ ਸੰਕਲਪ ਚੇਤਨਾ ਮਾਰਚ ਰਾਮਨਗਰ ਤੋਂ ਕੱਢਿਆ ਜਾ ਰਿਹਾ ਹੈ। ਇਹ ਮਾਰਚ ਵੱਖ-ਵੱਖ ਮਹੱਲਿਆਂ ਦੇ ਵਿੱਚ ਹੁੰਦਾ। 33 ਫੁੱਟ ਰੋਡ, ਜਮਾਲਪੁਰ, ਭਾਮੀਆਂ, ਤਾਜਪੁਰ ਰੋਡ ਤੋਂ ਹੁੰਦਾ ਹੋਇਆ EWS ਕਲੋਨੀ ਵਿੱਚ ਬਾਬਾ ਸਾਹਿਬ ਦਾ ਜੋ ਸਟੈਚੂ ਹੈ, ਜੋ ਮਹਾਮੂਰਤੀ ਹੈ, ਉੱਥੇ ਜਾ ਕੇ ਸਮਾਪਤ ਹੋਏਗਾ। ਕਿਉਂਕਿ ਅੱਜ ਦਾ ਦਿਨ ਸਾਡੇ ਦੱਬੇ ਕੁਚਲੇ ਸਮਾਜ ਦੇ ਲਈ ਬਹੁਤ ਮਹੱਤਵਪੂਰਨ ਹੈ। ਅੱਜ ਦੇ ਦਿਨ ਹੀ 1699 ਨੂੰ 13 ਅਪ੍ਰੈਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੂੰ ਖੰਡੇ ਦੀ ਪਹੁਲ ਦੇ ਕੇ ਉਹਨਾਂ ਦੇ ਅੰਦਰ ਅਣਖ ਪੈਦਾ ਕੀਤੀ। ਕਿਉਂਕਿ
ਜਿਨ੍ਹਾਂ ਨੂੰ ਚਿੜੀਆਂ ਕਿਹਾ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਨੇ ਕਿ ਚਿੜੀਆਂ ਤੋਂ ਮੈਂ ਬਾਜ ਤੜਾऊं ਤਬੇ ਗੋਬਿੰਦ ਸਿੰਘ ਨਾਮ ਕਹਾऊं। इन गरीब सिखन को मैं दूं पातशाही जे याद करे हमारी गुरियाई। और ये असलीयत ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਰਕੇ ਦਿਖਾਇਆ। ਇਸ ਸਮਾਜ ਦੇ ਵਿੱਚੋਂ ਯੋਧੇ ਪੈਦਾ ਹੋਏ, ਸੂਰਵੀਰ ਬਹਾਦਰ ਪੈਦਾ ਹੋਏ, ਬਾਬਾ ਸੰਗਤ ਸਿੰਘ ਤੇ ਬਾਬਾ ਜੀਵਨ ਸਿੰਘ ਵਰਗੇ ਤੇ ਅਨੇਕਾਂ ਹੋਰ ਸੂਰਮਿਆਂ ਨੇ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਬੜੀਆਂ ਕੁਰਬਾਨੀਆਂ ਕੀਤੀਆਂ। ਤੇ ਇਸੇ ਤਰ੍ਹਾਂ ਫਿਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜਿਨ੍ਹਾਂ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ, ਉਹਨਾਂ ਨੇ ਵੀ ਉਹੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇਸ਼ ਦੇ ਅੰਦਰ ਜੋ ਪਛੜੇ ਹੋਏ ਸਮਾਜ, ਜੋ ਦਲਿਤ ਸਮਾਜ, ਜੋ ਗਰੀਬ ਸਮਾਜ ਸੀ, ਉਹਨਾਂ ਦੇ ਹੱਕਾਂ ਅਧਿਕਾਰਾਂ ਦੀ ਲੜਾਈ ਲੜੀ ਔਰ ਉਹਨਾਂ ਦੇ ਹੱਕ ਅਧਿਕਾਰ ਸੰਵਿਧਾਨ ਦੇ ਵਿੱਚ ਰਾਖਵੇਂ ਕਰ ਦਿੱਤੇ। ਉਹਨਾਂ ਦੀ ਬਦੌਲਤ ਹੀ ਅੱਜ ਸਾਨੂੰ ਬੋਲਣ ਦਾ, ਚੱਲਣ ਦਾ, ਫਿਰਨ ਦਾ, ਤੁਰਨ ਦਾ, ਚੋਣਾਂ ਲੜਨ ਦਾ ਇਹ ਅਧਿਕਾਰ ਪ੍ਰਾਪਤ ਹੋਇਆ ਹੈ। ਇਸ ਕਰਕੇ ਅੱਜ ਦਾ ਜੋ ਦਿਨ ਹੈ ਇਹ ਸਮਾਜ ਦੇ ਲਈ, ਜੋ 85% ਜੋ ਇਸ ਦੇਸ਼ ਦਾ ਆਦਿਵਾਸੀ ਮੂਲ ਨਿਵਾਸੀ ਸਮਾਜ ਹੈ, ਉਹਦੇ ਲਈ ਬਹੁਤ ਹੀ ਭਾਗਾ ਭਰਿਆ ਤੇ ਖੁਸ਼ੀਆਂ ਭਰਿਆ ਹੈ। ਤੋ ਇਸ ਦਿਹਾੜੇ ਦੀਆਂ ਮੈਂ ਸਾਰੇ ਸਾਡੇ ਸਮਾਜ ਨੂੰ, ਲੋਕਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੋਇਆ ਰਜਾ ਲੈਣਾ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ। 32ਵੀਂ ਜਯੰਤੀ ਦੇ ਵਿੱਚ ਬਾਬਾ ਸਾਹਿਬ ਦੇ ਚਰਨਾਂ ਨੂੰ ਕੋਟੀ ਕੋਟੀ ਪ੍ਰਣਾਮ। ਸਾਰੇ ਸਮਾਜ ਨੂੰ ਅੱਜ ਦੇ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਡਾਕਟਰ ਨਵਯੁਵਕ ਦਲ ਵੱਲੋਂ ਮੈਂ ਐਡਵਾਈਜ਼ਰ ਹੋਣ ਦੇ ਨਾਤੇ ਸਾਰੇ ਦੇਸ਼ ਵਾਸੀਆਂ ਨੂੰ ਸਾਜਨਾ ਦਿਵਸ ਦੀ ਤੇ ਡਾਕਟਰ बाबा साहब ਦੀ ਅੰਬੇਦਕਰ जयंती ਦੀ ਲੱਖ ਲੱਖ ਵਧਾਈ ਦਿੰਦਾ ਹਾਂ। जय हिंद, जय भारत। जातों में बटे हुए लोग हो, आप लोग मेरे इशारे को समझो। आप लोगों के हाथ में इस पार्लियामेंट की चाबी आपके हाथ में होनी चाहिए। जहां से आपकी तकदीर लिखी जाती है। तो साथियों, मैं फिर दोबारा आप लोगों को यही कहूंगा कि सत्ता की चाबी को हासिल करने के लिए 2024 आपके सर पर है, उसमें हासिल करके साहब कांशीराम के सपनों को पूरा करो। इतना ही कुछ कहते हुए मैं रजा चाहता हूँ। जय भीम, जय भारत, नमो बुद्धाय। ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇਕਜੁੱਟ ਹੋ ਕੇ ਆਪਾਂ ਚੱਲੀਏ ਤੇ ਬਾਬਾ ਸਾਹਿਬ ਨੂੰ ਅੱਗੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਜੇ ਮਿਸ਼ਨ ਨੂੰ ਅੱਗੇ ਨਹੀਂ ਜਾ ਸਕਦੇ ਵੀ ਪਿੱਛੇ ਵੀ ਨਾ ਜਾਣ ਦਿਓ, ਉੱਥੇ ਹੀ ਰੋਕ ਦਿਓ। ਸਾਤੋਂ ਇਹ ਕੰਮ ਕੋਈ ਵੀ ਪੂਰਾ ਨਹੀਂ ਹੋ ਸਕਿਆ। ਅਸੀਂ ਅਧੂਰੇ ਕਿਉਂ ਇਸ ਕਰਕੇ ਆ, ਅਸੀਂ ਕੋਈ ਵੀ ਸੱਤਾ 'ਚ ਨਹੀਂ ਜਾ ਸਕੇ। ਸਾਡੀ ਬੇਨਤੀ ਹੈ ਵੀ ਸਾਰੇ ਸਮਾਜ ਇਕੱਠਾ ਹੋ ਕੇ ਇਸ ਮਿਸ਼ਨ ਨੂੰ ਅਸੀਂ ਅੱਗੇ ਲਿਜਾ ਸਕੀਏ। ਜੈ ਭੀਮ, ਜੈ ਭਾਰਤ।